ਲਖੀਮਪੁਰ ਮਾਮਲੇ ਦੇ ਵਿੱਚ ਨਵੀਂ ਅਪਡੇਟ ਆਈ ਆ। ਕੀ ਅਪਡੇਟ ਆਈ ਆ? ਕਿਉਂਕਿ ਕਿਸਾਨ ਵੀ ਇਨਸਾਫ ਦੇ ਲਈ ਲੜਾਈ ਲੜ ਰਹੇ ਨੇ ਲੰਮੇ ਸਮੇਂ ਤੋਂ। ਜਵਾਨਤ ਲਈ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਜੀ ਉਹਨੂੰ ਜਵਾਨਤ ਦੇਤੀ ਕੋਰਟ ਨੇ। ਮ੍ਰਿਤਕ ਧਿਰ ਹੈ, ਪ੍ਰਭਾਵਿਤ ਧਿਰ ਹੈ, ਉਹਨਾਂ ਨੇ ਸੀਨੀਅਰ ਵਕੀਲਾਂ ਨੂੰ ਨਾਲ ਲੈ ਕੇ ਇਹਨੂੰ ਚੁਣੌਤੀ ਦਿੱਤੀ ਸੁਪਰੀਮ ਕੋਰਟ ਦੇ ਵਿੱਚ। ਜੀ ਜਿਹੜੀ ਪਟੀਸ਼ਨ ਚੁਣੌਤੀ ਪਟੀਸ਼ਨ ਪਾਈ ਆ ਉਹਦੇ ਵਿੱਚ ਦੱਸਿਆ ਉਹਨਾਂ ਨੇ ਵੀ ਇਹ ਕੁਝ ਗਵਾਹਾਂ ਨੂੰ ਧਮਕਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਆ, ਉਸੇ ਦੌਰਾਨ ਹੰਗਾਮਾ ਹੋਇਆ। ਢਿੱਲੋਂ ਸਾਹਿਬ, ਹੰਗਾਮੇ ਦੇ ਕੀ ਕਾਰਨ? ਇਹਦੇ ਵਿੱਚ ਜਦੋਂ ਮੀਟਿੰਗ ਦੇ ਬਾਹਰ ਜਿਹੜਾ ਹੰਗਾਮਾ ਹੋਇਆ, ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਚੋਣਾਂ ਲੜਨੀਆਂ ਨੇ। ਜੀ ਅੱਜ ਇਹ ਆਪਦੀ ਪੀੜ੍ਹੀ ਥੱਲੇ ਬੈਠ ਕੇ ਆਪ ਹੀ ਸੋਟਾ ਫੇਰਦੇ ਹੋਣਗੇ। ਕੱਲ ਰਾਜੇਵਾਲ ਸਾਹਿਬ ਨਾਲ ਤਾਂ ਜਿਹੜੇ ਇੱਕ ਨੰਬਰ ਤੇ ਸੀਗੇ ਉਹ ਅਹੁਦਾ ਖੁੱਸ ਗਿਆ ਤੇ ਆਪਣੇ ਹੀ ਇਹਨਾਂ ਦੇ ਵਿਰੋਧ ਬਣ ਗਏ। ਡਾਕਟਰ ਦਰਸ਼ਨਪਾਲ ਵੀ ਨਾਲ ਨੇ, ਕਿਰਤੀ ਕਿਸਾਨ ਯੂਨੀਅਨ ਵਾਲੇ। ਜੀ ਉਹ ਕਹਿੰਦੇ ਵੀ ਅਸੀਂ ਕਿਸੇ ਕੀਮਤ ਤੇ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ, ਇਹਨਾਂ ਦਾ ਬਾਈਕਾਟ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਕਰਾਰੀ ਹਾਰ ਦਿੱਤੀ। ਉਹਨਾਂ ਦਾ ਬਿਆਨ ਸਾਹਮਣੇ ਆਇਆ D5 ਤੇ। ਉਹ ਕਹਿੰਦੇ ਵੀ ਜੋ ਉਹਨਾਂ ਦਾ ਕੇਸ ਸੀ, ਉਹਨਾਂ ਦੇ ਪਿਤਾ ਦਾ ਕੇਸ ਵੀ ਉਹ ਖੁੱਲ੍ਹ ਸਕਦਾ ਹੈ। ਤੁਸੀਂ ਨੇ ਪੂਰਾ ਮਾਮਲਾ ਤੁਹਾਨੂੰ ਪੂਰਾ ਧਿਆਨ ਦੇ ਵਿੱਚ ਆ, ਪੂਰੀ ਡਿਟੇਲ 'ਚ ਦੱਸੋ ਕਿ ਅਸਲ ਵਿੱਚ ਕੇਸ ਹੈ ਕੀ ਹੈ। ਇਸ ਤਰ੍ਹਾਂ ਸੀ ਜੀ, ਜਿਹੜੇ ਜਗਦੇਵ ਸਿੰਘ ਖੁੱਡੀਆਂ ਜੀ ਉਹ ਬਹੁਤ ਸੀਨੀਅਰ ਆਗੂ ਸੀਗੇ। 1977 ਵਿੱਚ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਤਾਂ ਉਹ ਇੱਕ ਵਾਰੀ ਮੰਡੀ ਬੋਰਡ ਦੇ ਚੇਅਰਮੈਨ ਬਣ ਗਏ। ਜੋ ਲੋਕ ਕਹਿੰਦੇ ਨੇ ਕਿ ਜਿਹੜਾ ਵੱਡਾ ਪਰਿਵਾਰ ਉੱਥੇ ਸੀ, ਉਹਨਾਂ ਦੀ ਚੜ੍ਹਾਈ ਉਹਨਾਂ ਨੂੰ ਭਾਉਣ ਨਾ ਲੱਗੀ। ਉਹ ਬੰਦੇ ਦੋ ਬੁਲਾਉਣ ਆਏ ਜੀ, ਉਹ ਉਹਨਾਂ ਦੇ ਨਾਲ ਚਲੇ ਗਏ ਤੇ ਉਸ ਤੋਂ ਬਾਅਦ ਜਿਹੜੀਆਂ ਜੌੜੀਆਂ ਨਹਿਰਾਂ ਹਰੀਕੇ ਪੱਤਨ ਤੋਂ ਨਿਕਲਦੀਆਂ ਨੇ ਤੇ ਰਾਜਸਥਾਨ ਨੂੰ ਜਾਂਦੀਆਂ ਨੇ, ਉਹਦੇ ਵਿੱਚੋਂ ਉਹਨਾਂ ਦੀ ਤੈਰਦੀ ਲਾਸ਼ ਮਿਲੀ ਸੀ। ਇਹ ਕਤਲ ਹੈ, ਇਹਦਾ ਕੁਛ ਨਾ ਕੁਛ ਹੋਣਾ ਚਾਹੀਦਾ। ਉਦੋਂ ਬਾਅਦ ਇਹਦੀ ਜਾਂਚ CBI ਨੂੰ ਸੌਂਪ ਦਿੱਤੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਪੂੜੇ। D5 ਚੈਨਲ ਪੰਜਾਬੀ ਦੇ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ, ਜਿਸ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਾਂਗੇ। ਸਾਡੇ ਨਾਲ ਚੈਨਲ ਦੇ ਸੀਨੀਅਰ ਐਡੀਟਰ ਨੇ ਜਸਪਾਲ ਸਿੰਘ ਢਿੱਲੋਂ ਜੀ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲਿਆ। ਢਿੱਲੋਂ ਸਾਹਿਬ, ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਢਿੱਲੋਂ ਸਾਹਿਬ, ਲਖੀਮਪੁਰ ਮਾਮਲੇ ਦੇ ਵਿੱਚ ਨਵੀਂ ਅਪਡੇਟ ਆਈ ਆ। ਕੀ ਅਪਡੇਟ ਆਈ ਆ? ਕਿਉਂਕਿ ਕਿਸਾਨ ਵੀ ਇਨਸਾਫ ਦੇ ਲਈ ਲੜਾਈ ਲੜ ਰਹੇ ਨੇ ਲੰਮੇ ਸਮੇਂ ਤੋਂ। ਇਹ ਜਿਹੜਾ ਮਾਮਲਾ ਹੈਗਾ ਉਹ ਕਿਸਾਨਾਂ ਦਾ ਤਾਂ ਹੈਗਾ ਹੀ ਹੈ ਜੀ। ਇਹਦੇ ਵਿੱਚ ਜਿਹੜਾ ਕਿਸਾਨਾਂ ਤੇ ਜਿਹਨੇ ਗੱਡੀ ਚੜਾਈ ਸੀ ਅਕਤੂਬਰ ਦੇ ਵਿੱਚ, ਅਸੀਸ਼ ਮਿਸ਼ਰਾ, ਅਜੇ ਮਿਸ਼ਰਾ ਟੋਨੀ ਦਾ ਮੁੰਡਾ, ਉਹਨੇ ਜਵਾਨਤ ਲਈ ਇਲਾਹਾਬਾਦ ਹਾਈ ਕੋਰਟ ਦੇ ਵਿੱਚ। ਜੀ ਉਹਨੂੰ ਜਵਾਨਤ ਦੇਤੀ ਕੋਰਟ ਨੇ। ਤਾਂ ਜਿਹੜੀ ਮ੍ਰਿਤਕ ਧਿਰ ਹੈ, ਪ੍ਰਭਾਵਿਤ ਧਿਰ ਹੈ, ਉਹਨਾਂ ਨੇ ਸੀਨੀਅਰ ਵਕੀਲਾਂ ਨੂੰ ਨਾਲ ਲੈ ਕੇ ਇਹਨੂੰ ਚੁਣੌਤੀ ਦਿੱਤੀ ਸੁਪਰੀਮ ਕੋਰਟ ਦੇ ਵਿੱਚ। ਜੀ ਪਿਛਲੇ ਸੁਣਵਾਈ ਦੌਰਾਨ ਇਹਦੀ ਸੁਣਵਾਈ ਅੱਜ ਤੇ ਪੈ ਗਈ ਸੀ ਕਿ ਇਹਨੂੰ ਜਵਾਨਤ ਦੇਣੀ ਹੈ, ਰੱਖਣੀ ਹੈ ਜਾਰੀ ਜਾਂ ਨਹੀਂ ਰੱਖਣੀ। ਉਹ ਕਹਿੰਦੇ ਆ ਵੀ ਇਹ ਜਿਹੜਾ ਹੈਗਾ ਗਵਾਹ ਵਗੈਰਾ ਨੇ ਉਹਨਾਂ ਨੂੰ ਧਮਕਾ ਸਕਦਾ ਹੈ। ਜੀ ਇਸ ਕਰਕੇ ਇਹਨੂੰ ਜਵਾਨਤ ਨਹੀਂ, ਇਹਦੀ ਜਵਾਨਤ ਜਿਹੜੀ ਹਾਈ ਕੋਰਟ ਨੇ ਦਿੱਤੀ ਉਹ ਰੱਦ ਹੋਣੀ ਚਾਹੀਦੀ ਹੈ। ਉਹਦੇ ਵਿੱਚ ਪਤਾ ਲੱਗਿਆ ਕਿ ਜਿਹੜੀ ਪਟੀਸ਼ਨ ਚੁਣੌਤੀ ਪਟੀਸ਼ਨ ਪਾਈ ਆ ਉਹਦੇ ਵਿੱਚ ਦੱਸਿਆ ਉਹਨਾਂ ਨੇ ਵੀ ਇਹ ਕੁਝ ਗਵਾਹਾਂ ਨੂੰ ਧਮਕਾ ਰਿਹਾ ਹੈ। ਇਹਦੇ ਤੇ ਸੁਣਵਾਈ ਅੱਜ ਨਹੀਂ ਹੋਈ। ਜੀ ਜੋ ਹੁਣ ਤੱਕ ਜਾਣਕਾਰੀ ਪ੍ਰਾਪਤ ਹੋਈ ਆ ਉਹ ਇਹੋ ਹੀ ਹੈ ਕਿ ਇਹ ਕੱਲ੍ਹ ਤੇ ਸੁਣਵਾਈ ਜਿਹੜੀ ਆ ਉਹ ਪਏਗੀ ਹੈ, ਬੁੱਧਵਾਰ ਤੇ। ਕੱਲ੍ਹ ਦੁਬਾਰਾ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ। ਜੀ, ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਆ, ਉਸੇ ਦੌਰਾਨ ਹੰਗਾਮਾ ਹੋਇਆ। ਢਿੱਲੋਂ ਸਾਹਿਬ, ਹੰਗਾਮੇ ਦੇ ਕੀ ਕਾਰਨ? ਇਹਦੇ ਵਿੱਚ ਜਦੋਂ ਮੀਟਿੰਗ ਦੇ ਬਾਹਰ ਜਿਹੜਾ ਹੰਗਾਮਾ ਹੋਇਆ, ਦੇਖੋ, ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਸੀ ਜੀ, ਇਹਦੇ ਵਿੱਚ 32 ਕਿਸਾਨ ਜਥੇਬੰਦੀਆਂ ਤਾਂ ਪੰਜਾਬ ਦੀਆਂ ਸੀ, ਜੀ ਕੁਝ ਯੂਪੀ ਦੀਆਂ, ਹਰਿਆਣੇ ਦੀਆਂ, ਰਾਜਸਥਾਨ, ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਮੋਰਚਾ ਲੜਿਆ।
ਇਸ ਮੋਰਚੇ ਦੇ ਵਿੱਚ ਜਿਹੜੀ ਸੁਣਵਾਈ ਜਿਹੜੇ ਇਹ ਮੋਰਚੇ ਦੇ ਵਿੱਚ ਜਿਹੜਾ ਸਾਰਾ ਕੁਝ ਹੋਇਆ, ਕੁਝ ਆਗੂਆਂ ਨੇ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਆਧਾਰਤ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਚੋਣਾਂ ਲੜਨੀਆਂ ਨੇ ਜੀ। ਅੱਜ ਇਹ ਆਪਦੀ ਪੀੜ੍ਹੀ ਥੱਲੇ ਬੈਠ ਕੇ ਆਪ ਹੀ ਸੋਟਾ ਫੇਰਦੇ ਹੋਣਗੇ ਕੱਲ, ਜਾਂ ਦੂਜੇ ਕਿਸੇ ਹੋਰ ਤੋਂ ਕੋਈ 2-4 ਜੱਗ ਠੰਡੇ ਪਾਣੀ ਦੇ ਸਿਰ 'ਚ ਪਵਾ ਲੈਣ ਜੀ, ਫਿਰ ਸੋਚਣ ਵੀ ਖੱਟਿਆ ਕੀ ਹੈ। ਪੰਜਾਬੀ ਦੀ ਇੱਕ ਕਹਾਵਤ ਹੈ, ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਰਾਂਝਾ ਤੈਂ ਕੀ ਇਸ਼ਕ ਚੋਂ ਖੱਟਿਆ। ਰਾਜੇਵਾਲ ਸਾਹਿਬ ਨਾਲ ਤਾਂ ਜਿਹੜੇ ਇੱਕ ਨੰਬਰ ਤੇ ਸੀਗੇ ਉਹ ਅਹੁਦਾ ਖੁੱਸ ਗਿਆ ਤੇ ਆਪਣੇ ਹੀ ਇਹਨਾਂ ਦੇ ਵਿਰੋਧ ਬਣ ਗਏ। ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੁਖੀ ਨੇ ਜੀ, ਉਹਨਾਂ ਨੇ ਪਹਿਲੇ ਹੀ ਐਲਾਨ ਕਰਤਾ ਸੀ ਕਿ ਜੇ ਇਹ ਸੱਜਣ ਉੱਥੇ ਆਏ, ਕਿਉਂਕਿ ਇਹਨਾਂ ਨੂੰ ਉਹਨਾਂ ਨੇ ਮੋਰਚੇ ਚੋਂ ਮੁਅੱਤਲ ਕੀਤਾ ਵਾ ਬਿਲਕੁਲ 4 ਮਹੀਨੇ ਵਾਸਤੇ, ਵੀ ਜੇ ਇਹ ਸੱਜਣ ਉੱਥੇ ਆਏ, ਡਾਕਟਰ ਦਰਸ਼ਨਪਾਲ ਵੀ ਨਾਲ ਨੇ ਕਿਰਤੀ ਕਿਸਾਨ ਯੂਨੀਅਨ ਵਾਲੇ ਜੀ, ਉਹ ਕਹਿੰਦੇ ਵੀ ਅਸੀਂ ਕਿਸੇ ਕੀਮਤ ਤੇ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ, ਇਹਨਾਂ ਦਾ ਬਾਈਕਾਟ ਹੈ ਜੀ। ਪਰ ਇਹ ਕੱਲ ਉੱਥੇ ਪਹੁੰਚ ਗਏ। ਇਸ ਮਾਮਲੇ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਦੀ ਹੰਗਾਮਾ ਹੋਇਆ। ਕੁਝ ਆਗੂ ਕਹਿੰਦੇ ਨੇ ਕਿ ਇਸ ਇਸ਼ੂ ਦੇ ਉੱਤੇ ਅਸੀਂ ਇੱਕ ਕਮੇਟੀ ਬਣਾਈ ਹੈ ਜੀ, ਜਿਹੜੀ ਟੀਮ ਇਹ ਸਾਰੇ ਮਾਮਲੇ ਦੀ ਘੋਖ ਕਰੇਗੀ, ਵਿਚਾਰ ਕਰੇਗੀ ਤੇ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਅਗਲੇ ਮਹੀਨੇ ਮੀਟਿੰਗ ਹੋਣੀ ਹੈ 15 ਅਪ੍ਰੈਲ ਨੂੰ ਜੀ, ਉਦੋਂ ਤੱਕ ਰਿਪੋਰਟ ਸੌਂਪ ਦੇਣਗੇ ਤੇ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਉਦੋਂ ਤੱਕ ਨਾ ਆਓ। ਹੋ ਸਕਦਾ ਇਸ ਇਸ਼ੂ ਤੇ ਇਹਨਾਂ ਨੂੰ ਬੁਲਾ ਕੇ ਇਹਨਾਂ ਦਾ ਪੱਖ ਜਾਣ ਲਿਆ ਜਾਵੇ। ਉਹਦੇ ਤੇ ਉਹ ਕੀ ਫੈਸਲਾ ਕਰਦੇ ਨੇ ਇਹ ਉਸ ਤੇ ਨਿਰਭਰ ਕਰਦਾ ਹੈ, ਲੇਕਿਨ ਉਹਨਾਂ ਨੇ ਸਪਸ਼ਟ ਕਹਿਤਾ ਕਿ ਜੇ ਇਹ ਵਿੱਚ ਬੈਠਣਗੇ ਅਸੀਂ ਬਾਈਕਾਟ ਕਰਾਂਗੇ ਜੀ। ਇਹ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਦੇਖਣਾ ਕਿ ਉਹਨਾਂ ਨੇ ਇਹਨਾਂ ਦਾ ਕੀ ਕਰਨਾ ਹੈ, ਜਾਂ ਜਿਹੜੇ ਕਹਿੰਦੇ ਆ ਬਾਈਕਾਟ ਉਹਨਾਂ ਦਾ ਕੀ ਕਰਨਾ ਹੈ। ਜੀ ਜੀ। ਇਸ ਤੋਂ ਇਲਾਵਾ ਦੂਜੀ ਵਾਰ ਵਿਧਾਇਕ ਬਣੇ ਮਹਿਲਾ ਵਿਧਾਇਕ ਸਰਬਜੀਤ ਕੌਰ ਮਾਣਿਕਕਰ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ। ਹੋ ਸਕਦਾ ਕਹਿੰਦੇ ਵੀ ਉਹਨਾਂ ਨੂੰ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ ਜਾਵੇ ਆਉਣ ਵਾਲੇ ਦਿਨਾਂ ਦੇ ਨਹੀਂ, ਵਿੱਚ। ਕੋਈ ਸਪੀਕਰ ਕਹਿੰਦਾ, ਕੋਈ ਡਿਪਟੀ ਸਪੀਕਰ, ਸਪੀਕਰ ਦੀ ਗੱਲ ਹੋ ਰਹੀ ਹੈ ਜ਼ਿਆਦਾ। ਸਪੀਕਰ ਨਾਲ ਉਹ ਕਹਿੰਦੇ ਜਿਹੜਾ ਬੀਬੀ ਬਲਜਿੰਦਰ ਕੌਰ ਹੈ ਤਲਵੰਡੀ ਸਾਬੋ ਵਾਲੀ, ਉਹਨਾਂ ਦਾ ਵੀ ਚੱਲਦਾ ਹੈਗਾ ਨਾਲ ਜੀ। ਸਭ ਤੋਂ ਪਹਿਲਾਂ ਪ੍ਰੋਮਪਟਨ ਸਪੀਕਰ ਚੁਣਿਆ ਜਾਂਦਾ ਹੁੰਦਾ, ਜਿਹਨੇ ਬਾਅਦ ਦੇ ਵਿੱਚ ਪੱਕਾ ਹੋ ਜਾਂਦਾ ਹੈ, ਜਿਹੜਾ ਆਰਜੀ ਤੌਰ ਤੇ ਇੱਕ ਵਾਰੀ ਬਹਿੰਦਾ ਤੇ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਉਣੀ ਹੁੰਦੀ ਹੈ। ਜੀ। ਤਾਂ ਬੀਬੀ ਸਰਬਜੀਤ ਕੌਰ ਮਾਣੂ ਕੇ ਦੂਜੀ ਵਾਰ ਵਿਧਾਇਕ ਬਣ ਗਏ ਨੇ ਲਗਾਤਾਰ ਜਗਰਾਉਂ ਤੋਂ, ਇਸ ਕਰਕੇ ਉਹਨਾਂ ਦਾ ਨਾਮ ਸਭ ਤੋਂ ਉੱਪਰ ਚੱਲਿਆ ਜਾਂਦਾ ਹੈ। ਜੀ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਪੀਕਰ ਦੀ ਕੋਈ ਬਹੁਤੀ ਦਖਲਅੰਦਾਜ਼ੀ ਨਹੀਂ ਹੁੰਦੀ, ਕਿਉਂਕਿ ਮੰਤਰੀ ਮੰਡਲ ਨਹੀਂ ਬਣਦਾ, ਜਦ ਕਿ ਅਹਿਮ ਜ਼ਿੰਮੇਵਾਰੀ ਸਪੀਕਰ ਕੋਲ ਹੁੰਦੀ ਹੈ। ਬਿਲਕੁਲ। 1985 ਦੀ ਮੈਂ ਗੱਲ ਕਰਾਂ ਤਾਂ ਸਰਦਾਰ ਸੁਰਜੀਤ ਸਿੰਘ ਮਨਹਾਸ ਸਪੀਕਰ ਹੁੰਦੇ ਸੀਗੇ ਬਰਨਾਲਾ ਸਾਹਿਬ ਦੀ ਸਰਕਾਰ ਵੇਲੇ, ਤੇ ਜਸਵੰਤ ਸਿੰਘ ਫਫੜੇ ਭਾਈ ਕੇ ਇਹ ਡਿਪਟੀ ਸਪੀਕਰ ਹੁੰਦੇ ਸੀ। ਪੰਜਾਬ ਦੇ ਵਿੱਚ ਗਵਰਨਰੀ ਰਾਜ ਲੱਗ ਗਿਆ, ਰਾਸ਼ਟਰਪਤੀ ਰਾਜ ਲੱਗ ਗਿਆ, ਤਾਂ ਜਿਹੜਾ ਇਹ ਸਪੀਕਰ ਤੇ ਡਿਪਟੀ ਸਪੀਕਰ ਹੁੰਦਾ, ਜਦੋਂ ਤੱਕ ਅਗਲੀ ਵਿਧਾਨ ਸਭਾ ਨਹੀਂ ਜੁੜਦੀ ਜੀ, ਉਦੋਂ ਤੱਕ ਉਹ ਬਰਕਰਾਰ ਰਹਿੰਦਾ ਹੈ। ਤਾਂ ਮਨਹਾਸ ਸਾਹਿਬ ਦਾ ਸਪੀਕਰ ਵਾਲਾ ਤੇ ਫਫੜੇ ਭਾਈ ਕੇ ਸਾਹਿਬ ਦਾ ਡਿਪਟੀ ਸਪੀਕਰ ਵਾਲਾ ਅਹੁਦਾ 86 ਤੋਂ ਲੈ ਕੇ 92 ਤੱਕ ਬਰਕਰਾਰ ਰਿਹਾ ਸੀ। ਜੀ। 85 'ਚ ਸਰਕਾਰ ਬਣੀ, 2 ਸਾਲ 27 ਮਹੀਨੇ ਸਰਕਾਰ ਚੱਲੀ, ਲੇਕਿਨ ਇਹ ਦੋਨੇ ਆਗੂ 7 ਸਾਲ ਤੋਂ ਵੱਧ ਸਮਾਂ ਜਿਹੜਾ ਸੀਗਾ ਸਪੀਕਰ ਤੇ ਡਿਪਟੀ ਸਪੀਕਰ ਦੇ ਅਹੁਦੇ ਤੇ ਬਰਕਰਾਰ ਰਹੇ ਸੀ। ਜੀ। ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਜੋ ਨਵੇਂ ਵਿਧਾਇਕ ਬਣੇ ਨੇ ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਕਰਾਰੀ ਹਾਰ ਦਿੱਤੀ, ਉਹਨਾਂ ਦਾ ਬਿਆਨ ਸਾਹਮਣੇ ਆਇਆ D5 ਤੇ। ਉਹ ਕਹਿੰਦੇ ਵੀ ਜੋ ਉਹਨਾਂ ਦਾ ਕੇਸ ਸੀ, ਉਹਨਾਂ ਦੇ ਪਿਤਾ ਦਾ ਕੇਸ, ਵੀ ਉਹ ਖੁੱਲ੍ਹ ਸਕਦਾ ਹੈ। ਤੁਸੀਂ ਨੇ ਪੂਰਾ ਮਾਮਲਾ ਤੁਹਾਨੂੰ ਪੂਰਾ ਧਿਆਨ ਦੇ ਵਿੱਚ ਆ, ਪੂਰੀ ਡਿਟੇਲ 'ਚ ਦੱਸੋ ਕਿ ਅਸਲ ਵਿੱਚ ਕੇਸ ਹੈ ਕੀ ਹੈ। ਇਸ ਤਰ੍ਹਾਂ ਸੀ ਜੀ, ਜਿਹੜੇ ਜਗਦੇਵ ਸਿੰਘ ਖੁੱਡੀਆਂ ਜੀ, ਉਹ ਬਹੁਤ ਸੀਨੀਅਰ ਆਗੂ ਸੀਗੇ। 1977 ਵਿੱਚ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਤਾਂ ਉਹ ਇੱਕ ਵਾਰੀ ਮੰਡੀ ਬੋਰਡ ਦੇ ਚੇਅਰਮੈਨ ਬਣ ਗਏ। ਜੀ। ਫਿਰ ਉਹ ਫਰੀਦਕੋਟ ਜਨਰਲ ਹਲਕਾ ਹੁੰਦਾ ਸੀ, ਉੱਥੋਂ ਮੈਂਬਰ ਪਾਰਲੀਮੈਂਟ ਵੀ ਬਣੇ। ਉਹਨਾਂ ਦਾ ਕੱਦ ਕਾਠ ਇਲਾਕੇ ਦੇ ਵਿੱਚ ਇੱਕ ਇਮਾਨਦਾਰੀ ਸ਼ਖਸੀਅਤ ਵਜੋਂ ਬਹੁਤ ਵੱਡੀ ਪੱਧਰ ਤੇ
ਉੱਭਰ ਗਿਆ। ਜੋ ਲੋਕ ਕਹਿੰਦੇ ਨੇ ਕਿ ਜਿਹੜਾ ਵੱਡਾ ਪਰਿਵਾਰ ਉੱਥੇ ਸੀ ਉਹਨਾਂ ਦੀ ਚੜ੍ਹਾਈ ਉਹਨਾਂ ਨੂੰ ਭਾਉਣ ਨਾ ਲੱਗੀ, ਤਾਂ ਇੱਕ ਦਿਨ ਸ਼ਾਮ ਨੂੰ ਉਹ ਕੋਈ ਬੰਦੇ ਦੋ ਬੁਲਾਉਣ ਆਏ ਜੀ। ਉਹ ਉਹਨਾਂ ਦੇ ਨਾਲ ਚਲੇ ਗਏ ਤੇ ਉਸ ਤੋਂ ਬਾਅਦ ਜਿਹੜੀਆਂ ਜੌੜੀਆਂ ਨਹਿਰਾਂ ਹਰੀਕੇ ਪੱਤਨ ਤੋਂ ਨਿਕਲਦੀਆਂ ਨੇ ਤੇ ਰਾਜਸਥਾਨ ਨੂੰ ਜਾਂਦੀਆਂ ਨੇ, ਉਹਦੇ ਵਿੱਚੋਂ ਉਹਨਾਂ ਦੀ ਤੈਰਦੀ ਲਾਸ਼ ਮਿਲੀ ਸੀ ਜੀ। ਉਸ ਵੇਲੇ ਇੱਕ ਜੱਜ ਸਾਹਿਬਾਨ ਹੋਏ ਨੇ ਹਾਈ ਕੋਰਟ ਦੇ, ਉਹਨਾਂ ਨੇ ਵੀ ਇਨਕੁਆਇਰੀ ਕੀਤੀ। ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਦਿੱਤਾ, ਮੈਨੂੰ ਨਾਂ ਉਹਨਾਂ ਦਾ ਵਿਸਰ ਗਿਆ ਇਸ ਵੇਲੇ, ਆਪਾਂ ਕਾਗਜ਼ ਪਰੇ ਰੱਖਿਆ ਹੈ ਜੀ। ਉਹਨਾਂ ਦਾ ਨੇ ਕਿਹਾ ਕਿ ਇਹ ਜਿਹੜਾ ਸ਼ਾਇਦ ਰਾਏ ਸੀ ਉਹਨਾਂ ਦਾ ਨਾਂ, ਉਹ ਕਹਿੰਦੇ ਇਹ ਕਤਲ ਹੈ, ਇਹਦਾ ਕੁਛ ਨਾ ਕੁਛ ਹੋਣਾ ਚਾਹੀਦਾ। ਉਦੋਂ ਬਾਅਦ ਇਹਦੀ ਜਾਂਚ CBI ਨੂੰ ਸੌਂਪ ਦਿੱਤੀ ਗਈ, ਕਿਉਂਕਿ ਕੇਂਦਰ ਦੇ ਵਿੱਚ ਇਹ ਵੱਡਾ ਘਰ ਦੀ ਸ਼ਕਤੀ ਜ਼ਿਆਦਾ ਸੀ। ਉਹ ਕੇਸ ਦਬਾਤਾ, CBI ਨੇ ਕਿਸੇ ਸਿਰੇ ਨਹੀਂ ਲਾਇਆ ਜੀ। ਹੁਣ ਉਹਨਾਂ ਦੇ ਸੁਪੁੱਤਰ ਗੁਰਮੀਤ ਸਿੰਘ ਖੁੱਡੀਆਂ, ਇਹ ਦੋ ਭਰਾ ਨੇ, ਇੱਕ ਭਰਾ ਇਹਨਾਂ ਦਾ ਅਮਰੀਕਾ 'ਚ ਰਹਿੰਦਾ ਨਾ ਕੈਨੇਡਾ 'ਚ ਰਹਿੰਦਾ, ਦੂਜਾ ਇਹ ਹੈ। ਇਹ ਕਿਸੇ ਵੇਲੇ ਮਾਨ ਦਲ ਵੱਲੋਂ ਵੀ ਚੋਣ ਲੜ ਚੁੱਕੇ ਨੇ। ਇਸ ਵਾਰ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਅਡਾਪਟ ਕੀਤਾ ਤੇ ਇਹਨਾਂ ਨੂੰ ਟਿਕਟ ਦੇ ਦਿੱਤੀ ਤੇ ਉਹਨਾਂ ਨੇ 5 ਵਾਰੀਆਂ ਦੇ ਮੁੱਖ ਮੰਤਰੀ ਤੇ 12 ਵਾਰ ਦੇ ਵਿਧਾਇਕ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਨਹੀਂ, ਚਿੱਤ ਕਰਤਾ ਜੀ। ਲੋਕਾਂ ਦੇ ਵਿੱਚ ਇਹਨਾਂ ਪ੍ਰਤੀ ਗੁੱਸਾ ਹੀ ਇੰਨਾ ਜ਼ਿਆਦਾ ਸੀ। ਹੁਣ ਜਦੋਂ ਗੁਰਮੀਤ ਸਿੰਘ ਖੁੱਡੀਆਂ ਭਗਵੰਤ ਮਾਨ ਕੈਬਨਿਟ ਦੇ ਵਿੱਚ ਸੀਨੀਅਰ ਵਿਧਾਇਕ ਵਜੋਂ ਆ ਗਏ ਨੇ, ਉਹਨਾਂ ਨੇ ਬਾਦਲ ਸਾਹਿਬ ਨੂੰ ਹਰਾਤਾ ਜੀ, ਤਾਂ ਹੁਣ ਉਹਨਾਂ ਦੇ ਆਪ ਦੀ ਸਰਕਾਰ ਹੈ ਤੇ ਕੇਂਦਰ ਵਿੱਚੋਂ ਦਬਾਅ ਵੀ ਨਹੀਂ ਚੱਲਣਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹਦਾ ਜਿਹੜਾ ਕੇਸ ਹੈ ਇਹਦੀ ਫਾਈਲ ਦੁਬਾਰਾ ਖੋਲ੍ਹੀ ਜਾਏਗੀ। ਉਹ ਜਿਹੜੀਆਂ ਫਾਈਂਡਿੰਗ ਲੱਭਤਾਂ ਮਾਨਯੋਗ ਜੱਜ ਸਾਹਿਬ ਨੇ ਦਿੱਤੀਆਂ ਸੀ, ਜਿਨ੍ਹਾਂ ਨੇ ਇਹਦੀ ਇਨਕੁਆਇਰੀ ਕੀਤੀ ਹੈ ਜੀ, ਉਹ ਕਹਿੰਦੇ ਫਿਰ ਉਹ ਹੁਣ ਅੱਗੇ ਲਿਆਂਦੀ ਜਾਊਗੀ, ਉਹਦੇ ਤੋਂ ਗਾਹਾਂ ਤੁਰਿਆ ਜਾਊਗਾ ਤੇ ਪੈੜ ਨੱਪਦੇ ਨੱਪਦੇ ਉੱਥੋਂ ਤੱਕ ਜਾਇਆ ਜਾਊ ਜਿਹੜੇ ਇਹਦੇ ਵਿੱਚ ਦੋਸ਼ੀ ਨੇ ਜੀ। ਤੁਸੀਂ ਉਸ ਇਲਾਕੇ 'ਚ ਜਾਓ, ਤੁਹਾਨੂੰ ਦਬਦੀ ਆਵਾਜ਼ ਦੇ ਵਿੱਚ ਸਾਰੇ ਦੱਸ ਦੇਣਗੇ ਵੀ ਕੌਣ ਹੈ। ਉਹ ਕਹਿੰਦੇ ਵੱਡੇ ਰਸੂਖਦਾਰ ਨੇ, ਤੇ ਵੱਡੇ ਰਸੂਖਦਾਰ ਸਾਰਿਆਂ ਨੂੰ ਪਤਾ ਹੈ। ਇਸ ਕਰਕੇ ਇਹਦੀ ਜਿਹੜੀ ਹੈ ਮੁੜ ਤੋਂ ਜਾਂਚ ਹੋ ਸਕਦੀ ਹੈ, ਕਿਉਂਕਿ ਮੰਗ ਉਹਨਾਂ ਦੇ ਸੁਪੁੱਤਰ ਤੇ ਨਵੇਂ ਚੁਣੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਕਰ ਦਿੱਤੀ ਜੀ। ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਨਾਮੀ ਕਬੱਡੀ ਖਿਡਾਰੀ ਸੀ ਜਿਹੜੇ ਸੰਦੀਪ ਨੰਗਲ ਅੰਬੀਆਂ, ਉਹਦੇ ਮਾਮਲੇ ਦੇ ਵਿੱਚ ਪੁਲਿਸ ਬੜੀ ਤੇਜ਼ੀ ਦੇ ਨਾਲ ਜਾਂਚ ਕਰੀ ਹੈ, ਦਿੱਲੀ ਪਹੁੰਚੀ ਹੈ। ਕਹਿੰਦੇ ਪੁਲਿਸ ਉੱਥੇ ਗੈਂਗਸਟਰ ਲਾਰਸ ਬਸਨੋਈ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ, ਕਿਉਂਕਿ ਉਹ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਨੇ ਜੀ। ਕਿਉਂਕਿ ਜਿਹੜੀ ਅੱਜ ਪਹਿਲਾਂ ਸਵੇਰੇ ਆਇਆ ਸੀ ਕਿ ਲਾਰੈਂਸ ਗਰੁੱਪ ਨੇ ਉਹਦੀ ਜ਼ਿੰਮੇਵਾਰੀ ਲੈ ਲਈ ਹੈ, ਦੂਜੇ ਪਾਸੇ ਆ ਗਿਆ ਕਿ ਬਾਅਦ ਦੇ ਵਿੱਚ ਵੀ ਤਾਂ ਫੇਕ ਹੈ, ਗਲਤ ਹੈ, ਇਹ 'ਚ ਕੋਈ ਸ਼ੱਕ ਨਹੀਂ। ਤੇ ਫਿਰ ਉਹਦੇ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਜੀ, ਕਿਉਂਕਿ ਪੁਲਿਸ ਅਜੇ ਤੱਕ ਤਾਂ ਅੱਕੀ ਪਲਾਹੀ ਡਾਂਗਾ ਮਾਰ ਰਹੀ ਹੈ। ਸਭ ਤੋਂ ਪਹਿਲਾਂ ਤਾਂ ਬਹੁਤ ਸਾਰਿਆਂ ਦੇ ਉੱਤੇ ਚੈਨਲਾਂ ਤੇ ਆ ਗਿਆ ਉਹ ਮੁੰਡਾ ਨੰਗੇ ਮੂੰਹ ਖੜਾ ਹੈ ਜਿਹੜੇ ਰਿਵਾਲਵਰ ਚਲਾ ਰਹੇ ਨੇ। ਉਹਨਾਂ ਦੀ ਸਾਡੇ ਕੋਲ ਤਾਂ ਛੋਟੇ ਕੈਮਰੇ ਨੇ, ਵੱਡੇ ਕੈਮਰਿਆਂ ਤੇ ਪਾ ਕੇ ਮੈਨੂੰ ਲੱਗਦਾ ਸ਼ਾਇਦ ਪੁਲਿਸ ਅਜੇ ਡਿਸਕਲੋਜ਼ ਕਰਨਾ ਨਹੀਂ ਚਾਹੁੰਦੀ ਜੀ, ਕਿਉਂਕਿ ਜੇ ਇਸ ਵੇਲੇ ਕੋਈ ਇੱਕ ਤਾਂ ਬੰਦਾ ਚੱਕਿਆ ਗਿਆ, ਪੁਲਿਸ ਡਿਸਕਲੋਜ਼ ਕਰਦੀ ਹੈ, ਬਾਕੀ ਦੋਸ਼ੀ ਭੱਜ ਜਾਣਗੇ। ਔਰ ਜਿਹੜੇ ਪਾਸੇ ਨੂੰ ਉਹ ਗਏ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਉਹਦੀ ਕਾਰ ਦਾ ਨੰਬਰ ਵੀ ਜ਼ਰੂਰ ਆ ਗਿਆ ਹੋਵੇਗਾ ਜੀ, ਭਾਵੇਂ ਉਹ ਜਾਲੀ ਹੀ ਕਿਉਂ ਨਾ ਹੋਵੇ। ਇਸ ਕਰਕੇ ਉਹਨਾਂ ਦੇ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਨੇ ਉਹ ਕਹਿ ਰਹੇ ਨੇ ਕਿ ਅਸੀਂ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰ ਰਹੇ ਹਾਂ। ਉਮੀਦ ਰੱਖਣੀ ਚਾਹੀਦੀ ਹੈ ਕਿ ਅਗਲੇ ਦਿਨਾਂ ਵਿੱਚ ਇਹਨੂੰ ਕਿਸੇ ਨਾ ਕਿਸੇ ਸਿੱਟੇ ਤੇ ਪਹੁੰਚਾਂਗੇ ਜੀ। ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਕਾਂਗਰਸ ਲਗਾਤਾਰ ਮੰਥਨ ਕਰ ਰਹੀ ਆ ਪੰਜਾਬ ਦੇ ਵਿੱਚ ਜੋ ਹਾਰ ਹੋਈ ਆ, ਹੁਣ ਮੰਗ ਇਹ ਉੱਠ ਰਹੀ ਹੈ ਕਿ CLP ਦਾ ਜਿਹੜਾ ਲੀਡਰ ਚੁਣਨਾ ਹੈ ਉਹ ਵੋਟਿੰਗ ਦੇ ਜ਼ਰੀਏ ਚੁਣਿਆ ਜਾਵੇ, ਨਾ ਕਿ ਦਿੱਲੀ ਤੋਂ ਐਲਾਨ ਹੋਵੇ, ਸਿਰਫ ਉੱਥੋਂ ਹੀ ਕੀਤਾ ਜਾਵੇ ਫੈਸਲਾ। ਜੇ ਕਿਤੇ ਇਹ ਮੁੱਖ ਮੰਤਰੀ ਵੀ ਉਦੋਂ
ਕਾਂਗਰਸ ਵਾਲੇ ਵੋਟਾਂ ਪਾ ਕੇ ਚੁਣ ਲੈਂਦੇ ਐਮਐਲਏਆਂ ਦੀ ਜੀ ਤਾਂ ਐਡਾ ਚੱਕਰ ਹੀ ਨਹੀਂ ਸੀ ਪੈਣਾ। ਹੋ ਸਕਦਾ ਚਰਨਜੀਤ ਸੋ ਚੰਨੀ ਤੇ ਗੁਣਾ ਪੈਂਦਾ ਹੀ ਨਾ, ਜਿਹੜਾ ਅੱਜ ਜਾਖੜ ਸਾਹਿਬ ਨੇ ਵੀ ਕਹਿਤਾ। ਇਹ ਗੱਲ ਕੁਝ ਦਿਨ ਪਹਿਲਾਂ ਜਾਖੜ ਸਾਹਿਬ ਨੇ ਵੀ ਕਹਿਤੀ ਜੀ। ਤੇ ਦੂਜਾ ਸੰਦੀਪ ਜਾਖੜ, ਜਿਨ੍ਹਾਂ ਨੂੰ ਐਮਐਲਏਸ਼ਿਪ ਮਿਲੀ ਹੈ ਅਬੋਹਰ ਤੋਂ। ਕੁਲਦੀਪ ਜੀ, ਜਦੋਂ ਐਡਾ ਵੱਡਾ ਤੂਫਾਨ ਚੱਲਦਾ ਹੋਵੇ ਉਹਦੇ ਵਿੱਚ ਫਿਰ ਇੱਕ ਇਹ ਜਿੱਤ ਜਾਣ ਸੰਦੀਪ ਜਾਖੜ ਹੋਰੀ, ਇਹਦਾ ਮਤਲਬ ਉਹਨਾਂ ਦੀ ਇਲਾਕੇ ਦੇ ਲੋਕਾਂ ਨਾਲ ਤਾਲਮੇਲ ਚੰਗਾ ਹੈ, ਤੇ ਨਹੀਂ ਤਾਂ ਇਹਨਾਂ ਨੇ ਇੱਕ ਦੂਜੇ ਦੀਆਂ ਅੱਡੀਆਂ ਹੀ ਵਿੱਧੀਆਂ ਨੇ ਜੀ। ਸੋ ਕੋਈ ਮਾੜੀ ਗੱਲ ਨਹੀਂ। ਜਿਹੜੇ 18 ਇਹ ਨੇ, ਇੱਕ ਆਜ਼ਾਦ ਵੀ ਹੈਗਾ ਰਾਣਾ ਗੁਰਜੀਤ ਸਿੰਘ ਦਾ ਬੇਟਾ ਜੀ। ਬਿਲਕੁਲ। ਚਲੋ ਜੇ 18 ਵੀ ਨੇ, 18 ਦੇ ਵਿੱਚੋਂ ਇਹਨਾਂ ਦੀਆਂ ਵੋਟਾਂ ਪਵਾ ਲੈਣ, ਜਿਹੜਾ ਬੰਦਾ ਉਹਦੇ ਚੋਂ ਵੱਧ ਵੋਟਾਂ ਲਊਗਾ ਉਹ ਜਿਹੜਾ ਵਿਰੋਧੀ ਧਿਰ ਦਾ ਆਗੂ ਹੈ ਉਹ ਬਣ ਜਾਵੇਗਾ। ਜੀ ਜੀ ਬਿਲਕੁਲ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰਵਾਦ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਆ। ਪੰਜਾਬ ਦੀ ਸਿਆਸਤ ਦੇ ਵਿੱਚ ਪਰਿਵਾਰਵਾਦ ਦਾ ਜ਼ਿਕਰ ਹੁੰਦਾ ਹੈ, ਹੁਣ ਕੇਂਦਰ ਦੀ ਸਿਆਸਤ ਦੇ ਵਿੱਚ ਵੀ ਪਰਿਵਾਰਵਾਦ ਦਾ ਜ਼ਿਕਰ ਹੋ ਰਿਹਾ। ਮੈਨੂੰ ਲੱਗਦਾ ਗਾਂਧੀ ਪਰਿਵਾਰ ਦੇ ਤੰਜ ਕੱਸਿਆ ਉਹਨਾਂ ਨੇ ਸੰਦਰਭ ਦੇ ਵਿੱਚ। ਇਹ ਮੋਦੀ ਸਾਹਿਬ ਦਾ ਜਦੋਂ ਦੂਜੇ ਪਾਸੇ ਨੂੰ ਕਰਦੇ ਆ ਨਾ, ਉਦੋਂ ਆਪਦੇ ਵਾਲੇ ਪਾਸੇ ਵਾਲੀਆਂ ਉਂਗਲਾਂ ਭੁੱਲ ਜਾਂਦੇ ਨੇ ਜੀ। ਇਹ ਦੱਸਣ ਕਿ ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਇਹਨਾਂ ਦੇ ਨਾਲ ਹੀ ਜੁੜਿਆ ਰਿਹਾ 96 ਤੋਂ। ਉਦੋਂ ਪਰਿਵਾਰਵਾਦ ਯਾਦ ਕਿਉਂ ਨਾ ਆਇਆ ਜੀ। ਇਹਨਾਂ ਦਾ ਜਿਹੜਾ ਅਜੇ ਮਿਸ਼ਰਾ ਟੋਨੀ ਹੈ, ਆ ਜਿਹੜਾ ਚੰਦ ਚੜਾਇਆ ਲਖੀਮਪੁਰ ਖੇਰੀ ਦੇ ਵਿੱਚ ਜੀ, ਆਸ਼ੀਸ਼ ਮਿਸ਼ਰਾ, ਉਹਨੂੰ ਤਾਕਤ ਕਿਹਨੇ ਦਿੱਤੀ? ਸੋ ਦੂਜੇ ਵੱਲ ਉਂਗਲ ਕਰਨੀ ਸੌਖੀ ਹੈ, ਤੇ ਤਿੰਨ ਉਂਗਲਾਂ ਜਿਹੜੀਆਂ ਆਪਦੇ ਵਾਲੇ ਪਾਸੇ ਨੂੰ ਹੁੰਦੀਆਂ ਉਹਨੂੰ ਕੋਈ ਨਹੀਂ ਵੇਖਦਾ। ਇਸ ਕਰਕੇ ਇਸ ਸਥਿਤੀ ਦੇ ਵਿੱਚ ਜਿਹੜਾ ਅੱਜ ਉਹਨਾਂ ਨੇ ਮੰਥਨ ਮੀਟਿੰਗ ਕੀਤੀ ਹੈ, ਉਹਦੇ ਵਿੱਚ ਮੋਦੀ ਸਾਹਿਬ ਗਏ ਨੇ। ਇਸ ਤੋਂ ਇਲਾਵਾ ਇਹਨਾਂ ਨੇ ਵੱਖ-ਵੱਖ ਅਬਜ਼ਰਵਰ ਲਾਏ ਨੇ, ਦਰਸ਼ਕ ਲਾਏ ਨੇ ਜੀ। ਜਿਵੇਂ ਅਮਿਤ ਸ਼ਾਹ ਹੋਰਾਂ ਨੂੰ ਲਾਤਾ ਯੂਪੀ ਦਾ, ਰਾਜਨਾਥ ਸਿੰਘ ਹੋਰਾਂ ਨੂੰ ਲਾਤਾ ਉੱਤਰਾਖੰਡ ਦਾ। ਇਸੇ ਤਰ੍ਹਾਂ ਬਾਕੀ ਦੋ ਰਾਜਾਂ ਦੇ ਵਿੱਚ ਵੀ ਇਹਨਾਂ ਨੇ ਆਪਣੇ ਆਪਣੇ ਦਰਸ਼ਕ ਲਾਏ ਨੇ। ਕਈ ਥਾਵਾਂ ਦੇ ਉੱਤੇ ਦੋ ਨੇ, ਮਨਾਕਸ਼ੀ ਲੇਖੀ ਨੂੰ ਵੀ ਲਾਇਆ ਗਿਆ ਹੈਗਾ। ਸੋ ਇਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ, ਇਹ ਭਾਰਤੀ ਜਨਤਾ ਪਾਰਟੀ 4 ਰਾਜਾਂ ਦੇ ਵਿੱਚ ਜਿੱਤ ਕੇ ਆ ਗਈ ਹੈ। ਗੱਲਾਂ ਬਹੁਤ ਉੱਠ ਰਹੀਆਂ ਨੇ ਕਿ ਮਸ਼ੀਨਾਂ ਦੇ ਵਿੱਚ ਹੇਰ-ਫੇਰ ਕੀਤੀ ਗਈ ਹੈ। ਉਹਦੇ ਬਾਰੇ ਨਾ ਤਾਂ ਇਲੈਕਸ਼ਨ ਕਮਿਸ਼ਨ ਕੋਈ ਗੱਲ ਕਰਦਾ, ਚੋਣ ਕਮਿਸ਼ਨ ਜੀ, ਨਾ ਦੂਸਰੇ ਕਰਦੇ ਨੇ। ਲੋਕਾਂ ਨੂੰ ਇਹ ਲੱਗਦਾ ਸੀ ਕਿ ਸਮਾਜਵਾਦੀ ਪਾਰਟੀ ਦਾ ਕਾਫੀ ਵੱਡਾ ਆਭਾਰ ਹੈ, ਆਪਾਂ ਇੱਥੇ ਬੈਠੇ ਹਾਂ, ਪਰ ਨਤੀਜੇ ਉਲਟ ਆਏ ਨੇ ਜੀ। ਕਈ ਐਗਜ਼ਿਟ ਪੋਲ ਆਏ, ਉਹਦੇ ਵਿੱਚ ਵੀ ਉਹਨਾਂ ਨੇ ਤਕਰੀਬਨ ਉਨੀਆਂ ਕਿ ਸੀਟਾਂ ਹੀ ਉਹਨਾਂ ਨੂੰ ਦਿਖਾਈਆਂ ਜੀ। ਸੋ ਜਿਹੜਾ ਮੋਦੀ ਸਾਹਿਬ ਨੇ ਕਿਹਾ ਸਿੱਧਾ ਤੀਰ ਤਾਂ ਉਹਨਾਂ ਨੇ ਗਾਂਧੀ ਪਰਿਵਾਰ ਵਾਲਿਆਂ ਨੂੰ ਹੀ ਸਾਧਿਆ, ਕਿਉਂਕਿ ਵੈਸੇ ਹੀ ਚਰਚਾ ਦੇ ਵਿੱਚ ਉਹ ਉਹਨਾਂ ਦੇ ਤਿੰਨਾਂ ਨੇ ਕਹਿਤਾ, ਧੀ ਪੁੱਤ ਤੇ ਮਾਂ ਨੇ, ਕਿ ਅਸੀਂ ਅਸਤੀਫਾ ਦੇਣ ਨੂੰ ਤਿਆਰ ਹਾਂ। ਉਹਨਾਂ ਨੇ ਕਹਿਤਾ ਕਿ ਨਹੀਂ, ਤੁਸੀਂ ਜਿਹੜਾ ਹੈਗਾ ਉਦੋਂ ਤੱਕ ਜਦੋਂ ਤੱਕ ਜਥੇਬੰਦਕ ਚੋਣਾਂ ਨੇ ਜੁਲਾਈ ਮਹੀਨੇ ਦੇ ਵਿੱਚ, ਉਦੋਂ ਤੱਕ ਤੁਸੀਂ ਇਸ ਤੇ ਬਰਕਰਾਰ ਰਹੋ ਜੀ। ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬ 'ਚ ਸਰਕਾਰ ਬਣਾਉਣ ਦਾ ਦਾਅਵਾ ਕਰਦੇ ਸੀ ਬੀਜੇਪੀ ਨਾਲ ਗੱਠਜੋੜ ਦੇ ਕਰਕੇ, ਪਰ ਜਿਹੜੇ ਉਹਨਾਂ ਦੇ ਪੰਜਾਬ ਲੋਕ ਦੇ ਕਾਂਗਰਸ ਦੇ ਜਿਹੜੇ ਉਮੀਦਵਾਰ ਸੀ, ਕਹਿੰਦੇ ਉਹਨਾਂ ਨੂੰ 1% ਤੋਂ ਵੀ ਘੱਟ ਵੋਟਾਂ ਪਈਆਂ ਨੇ। ਬੜੀ ਕਰਾਰੀ, ਬੜੀ ਤਰਸਯੋਗ ਹਾਲਤ। ਫਿਰ ਉਹੀ ਗੱਲ ਆ ਗਈ, ਕੈਪਟਨ ਸਾਹਿਬ ਦੂਜੇ ਪਾਸੇ ਨੂੰ ਚੱਕੀ ਬੈਠੇ ਸੀ ਉਂਗਲ ਜੀ। ਉਹ ਜਿਨ੍ਹਾਂ ਨਾਲ 75-25 ਖੇਡਦੇ ਸੀ ਉਹ ਵੀ ਚਿੱਤ ਹੋ ਗਏ। ਇਹਨਾਂ ਦਾ ਤਾਂ ਖਾਤਾ ਹੀ ਨਹੀਂ ਖੁੱਲਿਆ, ਤੇ ਕਹਿੰਦੇ ਸੀ ਕਿ ਅਸੀਂ 2-3 ਦਿਨ ਪਹਿਲਾਂ ਬੜੀਆਂ ਖਬਰਾਂ ਚੱਲੀਆਂ ਕਿ ਸੀਸਵਾ ਵਾਲੇ ਫਾਰਮ ਦੇ ਵਿੱਚ ਐ ਕਰਤਾ, ਆਹ ਕਰਤਾ, ਫਲਾਨਾ ਕਰਤਾ, ਢਿਮਕਾ ਕਰਤਾ ਜੀ। ਤੇ ਇੱਕ ਨਵੇਂ ਮੁੰਡੇ ਤੋਂ, ਜਮਾਂ ਹੀ ਨਵਾਂ ਮੁੰਡਾ, ਭਾਵੇਂ ਪਰਿਵਾਰ ਸਿਆਸਤਦਾਨਾਂ ਦਾ, ਦਾਦਾ ਜੀ ਵੀ ਮੰਤਰੀ ਰਹੇ ਨੇ, ਪਿਤਾ ਜੀ ਵੀ ਮੰਤਰੀ ਰਹੇ 97 'ਚ ਬਾਦਲ ਸਾਹਿਬ ਦੀ ਸਰਕਾਰ ਵੇਲੇ। ਇੱਕ ਵੱਖਰੀ ਗੱਲ ਹੈ ਕਿ ਨਿੱਕੀ ਜੀ ਗੱਲ ਕਰਕੇ ਉਹਨਾਂ ਦੇ ਅਸਤੀਫੇ ਲੈ ਲੈਣ, ਆਪਦੇ ਆਪ ਹੀ ਦੇਣ ਤੁਰ ਪਏ। ਕੋਈ ਦੂਜਾ ਮੰਗੇ ਤਾਂ ਵੱਖਰੀ ਗੱਲ ਹੈ, ਇਹ ਪਹਿਲੀ ਵਾਰ ਆਇਆ ਸੀ ਕਿ ਆਪ ਹੀ ਅਸਤੀਫਾ ਦੇਣ ਤੁਰ ਪਏ। ਤੇ ਅੱਗੋਂ ਬਾਦਲ ਸਾਹਿਬ ਕਹਿੰਦੇ, ਲਿਆਓ ਕਾਕਾ, ਮੈਥੋਂ ਸਿਫਾਰਿਸ਼ ਕਰਾਓ, ਰਾਜਪਾਲ ਨੂੰ ਭੇਜੋ। ਸੋ ਉਹ ਮੁੰਡੇ ਨੇ, ਜਿਹੜਾ ਪਟਿਆਲੇ ਦਾ ਮੇਅਰ ਵੀ ਰਿਹਾ, ਅਕਾਲੀ ਸਰਕਾਰ ਜਦੋਂ 2007 'ਚ ਬਣੀ ਸੀ ਤਾਂ ਅਜੀਤਪਾਲ ਸਿੰਘ ਕੋਹਲੀ ਪਟਿਆਲੇ ਦਾ ਮੇਅਰ ਰਿਹਾ, ਉਹਨੇ ਕੈਪਟਨ ਸਾਹਿਬ ਨੂੰ ਹਰਾਤਾ। ਅੱਜ ਉਹ ਬੋਲਣ ਜੋਗੇ ਨਹੀਂ ਹੈਗੇ ਜੀ। ਤੇ
ਕੈਪਟਨ ਸਾਹਿਬ ਕਹਿੰਦੇ ਆ ਗਾਂਧੀ ਪਰਿਵਾਰ ਨੂੰ ਮੱਤਾਂ ਦਿੱਤੇ ਆ ਕਿ 5 ਰਾਜਾਂ ਦੇ ਵਿੱਚ ਗਾਂਧੀ ਪਰਿਵਾਰ ਕਰਕੇ ਚੋਣ ਹਾਰ ਗਏ ਨੇ, ਤੇ ਕਪਤਾਨ ਸਾਹਿਬ 2 ਵਾਰ ਤੁਹਾਨੂੰ ਵੀ ਤਾਂ ਉਹਨਾਂ ਨੇ ਮੁੱਖ ਮੰਤਰੀ ਬਣਾਇਆ ਸੀ। ਤੁਹਾਨੂੰ ਤਾਂ ਬਾਦਲ ਸਾਹਿਬ ਨੇ ਇੱਕ ਟਿਕਟ ਨਹੀਂ ਸੀ ਦਿੱਤੀ, ਕੱਢਤਾ ਸੀ, ਤੁਸੀਂ ਕਾਂਗਰਸ ਚਲੇ ਗਏ, ਆਪ ਟਿਕਟਾਂ ਵੰਡੀਆਂ, ਮੁੱਖ ਮੰਤਰੀ ਬਣ ਗਏ, ਬੜੀ ਧੜੱਲੇ ਨਾਲ ਸਰਕਾਰ ਵੀ ਚਲਾਈ 2002 ਤੋਂ ਲੈ ਕੇ 7 ਤੱਕ। ਤੇ ਅੱਜ ਤੁਸੀਂ ਕਹਿੰਦੇ ਹੋ ਗਾਂਧੀ ਪਰਿਵਾਰ ਮਾੜਾ ਹੈ, ਤੇ ਗਾਂਧੀ ਪਰਿਵਾਰ ਨੇ ਫੇਰ 17 ਦੇ ਵਿੱਚ ਤੁਹਾਨੂੰ ਮੁੱਖ ਮੰਤਰੀ ਬਣਾਤਾ। ਬਿਲਕੁਲ ਉੱਠ ਨਾ ਸਕਾਂ ਫਿੱਟੇ ਮੂੰਹ ਗੋਡਿਆਂ ਦੇ। ਇਹ ਵੱਖਰੀ ਗੱਲ ਆ ਕਿ ਤੁਸੀਂ ਸਰਕਾਰ ਆਪਦੀ ਉਸ ਢੰਗ ਨਾਲ ਨਹੀਂ ਚਲਾ ਸਕੇ ਜਿਵੇਂ ਚੱਲਣੀ ਚਾਹੀਦੀ ਸੀ ਜੀ, ਤੇ ਤੁਹਾਨੂੰ ਆਪਦਾ ਅਹੁਦਾ ਛੱਡਣਾ ਪਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ 1% ਵੋਟ ਨਹੀਂ ਪਈ ਤੁਹਾਡੇ ਉਮੀਦਵਾਰਾਂ ਨੂੰ। ਤੁਸੀਂ 9.5 ਸਾਲ ਮੁੱਖ ਮੰਤਰੀ ਰਹੇ ਹੋਵੋ, ਤੁਹਾਡੇ ਪਤਨੀ 3 ਵਾਰ ਮੈਂਬਰ ਪਾਰਲੀਮੈਂਟ ਰਹੇ ਹੋਣ, ਕੇਂਦਰ ਦੇ ਵਿੱਚ ਵਜ਼ੀਰ ਰਹੇ ਹੋਣ, ਤੇ ਤੁਹਾਡੇ ਪਰਿਵਾਰ ਨੂੰ ਹੁਣ ਤਾਂ ਮੋਦੀ ਸਾਹਿਬ ਦਾ ਵੀ ਆਸ਼ੀਰਵਾਦ ਨਾਲ ਸੀ, ਤੇ ਵੋਟ 1% ਤੋਂ ਵੀ ਘੱਟ ਪਈ ਆ। ਇਦੋਂ ਸ਼ਰਮਨਾਕ ਹਾਰ ਹੋਰ ਕੀ ਹੋ ਸਕਦੀ ਹੈ। ਇੱਕ ਉੱਥੇ ਅੱਜ ਚੰਡੀਗੜ੍ਹ ਦੇ ਵਿੱਚ ਮੰਥਨ ਕਰ ਰਹੇ ਨੇ, ਸੀਟਾਂ ਤਾਂ ਆਈਆਂ ਨੇ 3 ਕਿ ਜੇ ਸਾਈਕਲ ਤੇ ਵੀ ਚੜ੍ਹਨਾ ਹੋਵੇ, ਇੱਕ ਮੂਹਰੇ ਡੰਡੇ ਤੇ ਬਹਿ ਜੇ, ਇੱਕ ਪਿੱਛੇ ਬਹਿ ਜੇ। ਨੌਜਵਾਨ ਹੈਗਾ ਇਹਨਾਂ ਚੋਂ ਮਨਪ੍ਰੀਤ ਸਿੰਘ ਵਾਲੀ, ਪਿੱਛੇ ਮਜੀਠੇ ਵਾਲਿਆਂ ਨੂੰ ਬਹਾ ਦਿਓ, ਮੂਹਰੇ ਬਹਾ ਦਿਓ ਜਿਹੜੇ ਬੰਗੇ ਵਾਲੇ ਨੇ, ਤੇ ਉਹ ਸਾਈਕਲ ਚਲਾ ਕੇ MLA ਹੋਸਟਲ ਚੋਂ ਵਿਧਾਨ ਸਭਾ ਤੱਕ ਪਹੁੰਚ ਜਾ ਕਰਨਗੇ, ਜਾਂ ਸੈਰ ਕਰਦੇ ਹੀ ਪਹੁੰਚ ਜਾ ਕਰਨਗੇ। ਉਹ ਵੀ ਮੰਥਨ ਕਰ ਰਹੇ ਨੇ, ਉਹ ਦੂਜਿਆਂ ਨੂੰ ਸਲਾਹ ਦਿੰਦੇ ਆ, ਕਾਂਗਰਸ ਨੂੰ ਵੀ ਇਹਨਾਂ ਨੇ ਆਹ ਕਰਤਾ, ਉਹ ਕਰਤਾ, ਉਹ ਕਰਤਾ, ਉਹ ਆਪ ਦਾ ਭੁੱਲ ਜਾਂਦੇ ਆ ਜੀ। ਇਸ ਤੋਂ ਇਲਾਵਾ ਕਾਂਗਰਸ ਦੇ ਕੌਮੀ ਲੀਡਰ ਨੇ ਰਾਹੁਲ ਗਾਂਧੀ, ਉਹਨਾਂ ਨੇ ਕਹਿੰਦੇ ਇੱਕ ਟਵੀਟ ਕਰਿਆ, ਲੋਕਾਂ ਨੂੰ ਭਾਜਣਾ ਪਵਾਤੀਆਂ, ਤੇਲੇ ਲੋਕਾਂ ਨੇ ਬਹੁਤ ਇਕੱਠਾ ਕਰ ਲਿਆ। ਇਹ ਗੱਲ ਕਹਿੰਦੇ ਨੇ ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ। ਮੈਨੂੰ ਪੁਰੀ ਸਾਹਿਬ ਦੇ ਬਿਆਨ ਤੇ ਬੜੀ ਹਾਸੀ ਆਉਂਦੀ ਹੈ। ਤੁਸੀਂ ਮੋਦੀ ਕੈਬਨਿਟ ਦੇ ਵਿੱਚ ਸੀਨੀਅਰ ਵਜ਼ੀਰ ਹੋ, ਕਹਿੰਦੇ ਰਾਹੁਲ ਨੇ ਟਵੀਟ ਕਰਤਾ ਵੀ ਤੇਲ ਮਹਿੰਗਾ ਹੋ ਰਿਹਾ ਹੈ ਜੀ, ਤੁਸੀਂ ਅਗਲੇ ਦਿਨ ਜਵਾਬ ਦੇ ਦਿੰਦੇ, ਮੌਕੇ 'ਤੇ ਹੀ ਜਵਾਬ ਦੇ ਦਿੰਦੇ ਕਿ ਸਾਡੀ ਗੱਲ ਮੰਨੋ, ਤੇਲ ਕੋਈ ਮਹਿੰਗਾ ਨਹੀਂ ਹੋਣਾ ਹੈਗਾ, ਤੁਸੀਂ ਹਫੜਾ ਦਫੜੀ 'ਚ ਨਾ ਪਾਓ। ਨਾਲ ਤਾਂ ਲੋਕਾਂ ਨੇ ਸਟੋਰ ਕਰ ਲਿਆ, ਤੇ ਜੇ ਅੱਜ ਤੇਲ ਖੁੱਲ੍ਹ ਜਾਵੇ ਤਾਂ ਕਈਆਂ ਦਾ ਵਿਕਣਾ ਨਹੀਂ ਜੀ। ਸੋ ਮੈਂ ਪੁਰੀ ਸਾਹਿਬ ਤੋਂ ਇਸ ਤਰ੍ਹਾਂ ਦੇ ਬਿਆਨ ਦੀ ਆਸ ਨਹੀਂ ਸੀ ਰੱਖਦਾ। ਬਹੁਤ ਸੀਨੀਅਰ ਆਗੂ ਨੇ, ਪੜ੍ਹੇ ਲਿਖੇ ਨੇ, ਕਿ ਸਰਕਾਰ 'ਚ ਤੁਸੀਂ ਬੈਠੇ ਹੋ, ਜੇ ਤੁਹਾਡੀ ਸਰਕਾਰ ਚੱਲਦਿਆਂ ਲੋਕ ਰਾਹੁਲ ਗਾਂਧੀ ਦੀ ਮੰਨੀ ਜਾਂਦੇ ਨੇ, ਫਿਰ ਤੁਸੀਂ ਸਰਕਾਰ ਦੇ ਵਿੱਚ ਕਾਹਦੇ ਵਾਸਤੇ ਬੈਠੇ ਹੋਏ ਹੋ? ਇਸ ਕਰਕੇ ਇਹ ਲੀਡਰ ਆ ਜਿਹੜੇ, ਇਹ ਕਈ ਵਾਰ ਨਾ ਗੈਰ ਜਿਹੜੇ ਮਿਆਰੀ ਬਿਆਨ ਆ ਆਪਦੇ ਛੱਡ ਦਿੰਦੇ ਨੇ ਜੀ। ਕੁਝ ਸੋਚ ਸਮਝ ਕੇ ਕਰਨਾ ਚਾਹੀਦਾ। ਸਰਕਾਰ ਦੇ ਮੰਤਰਾਲੇ ਕਿੱਥੇ ਗਏ ਜਿਹੜੇ ਇਹਦੇ ਲਈ ਜ਼ਿੰਮੇਵਾਰ ਸਨ, ਤੇ ਸਪਸ਼ਟਤਾ ਤਾਂ ਸਰਕਾਰ ਨੂੰ ਕਰਨੀ ਚਾਹੀਦੀ ਆ ਨਾ ਜੀ, ਜੋ ਨਹੀਂ ਹੋਈ ਜੀ। ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ। ਸ਼ੁਕਰੀਆ ਜੀ, ਮਿਹਰਬਾਨੀ ਜੀ। ਅਸੀਂ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰ ਰਹੇ ਸੀ। ਜੇਕਰ ਤੁਸੀਂ ਵੀ ਆਪਣੀ ਰਾਏ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਦੇ ਜ਼ਰੀਏ ਆਪਣੀ ਜਿਹੜੇ ਵਿਚਾਰ ਨੇ ਸਾਡੇ ਤੱਕ ਪਹੁੰਚਾ ਸਕਦੇ ਹੋ, ਤੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਿਹੜੀ ਜਾਣਕਾਰੀ ਆ ਉਹ ਸਹੀ ਪਹੁੰਚ ਸਕੇ। ਕੱਲ ਨੂੰ ਨਵੇਂ ਮੁੱਦੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।